ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਮਾਂ ਮਾਤਾ ਗੁਜਰੀ ਜੀ, ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਯਾਦ ਰੱਖਿਓ 1666 ਈਸਵੀ ਨੂੰ ਹੁੰਦਾ ਹੈ। 1666 ਈਸਵੀ ਨੂੰ। ਔਰ ਇਹ ਇਤਿਹਾਸ ਵਿੱਚ ਹੈ, ਜਦੋਂ ਗੁਰੂ ਕਲਗੀਧਰ ਜੀ ਦਾ ਪ੍ਰਕਾਸ਼ ਹੋਇਆ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਢਾਕਾ, ਅਸਾਮ, ਬੰਗਾਲ ਇੱਧਰ ਦੇ ਇਲਾਕੇ ਵਿੱਚ ਸੰਗਤਾਂ ਨੂੰ, ਮਨੁੱਖਤਾ ਨੂੰ ਰੱਬੀ ਉਪਦੇਸ਼ ਵੰਡ ਰਹੇ ਸਨ। ਪ੍ਰਕਾਸ਼ ਹੋਇਆ, ਬੇਅੰਤ ਖੁਸ਼ੀ ਮਨਾਈ ਗਈ, ਕਿਉਂਕਿ ਲੰਮੇ ਅਰਸੇ ਤੋਂ ਬਾਅਦ ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਇਹ ਵੀ ਧਿਆਨ ਵਿੱਚ ਰੱਖੋ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿਆਹ ਤੋਂ ਕਰੀਬ 3 ਦਹਾਕੇ 30-31 ਵਰ੍ਹੇ ਬਾਅਦ ਪ੍ਰਕਾਸ਼ ਹੋਇਆ। ਪਰ ਬੜੀ ਖੁਸ਼ੀ ਮਨਾਈ ਗਈ, ਪਰਮੇਸ਼ਵਰ ਦਾ ਸ਼ੁਕਰਾਨਾ ਕੀਤਾ। ਪਟਨਾ ਸਾਹਿਬ ਦੀ ਜਿੰਨੀ ਸੰਗਤ, ਉਹਨਾਂ ਨੇ ਗੁਰੂ ਚਰਨਾਂ ਦੀ ਟੇਕ ਲਈ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੂੰ ਸੁਨੇਹਾ ਘੱਲਿਆ। ਸਿੱਖ ਰਾਈ ਮਹਾਰਾਜ ਘਰ ਵਿੱਚ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ। ਇਤਿਹਾਸ ਕਹਿੰਦੇ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਦੀ ਗੱਲ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਅਕਾਲ ਪੁਰਖ ਦਾ ਸ਼ੁਕਰਾਨਾ, ਪਰ ਅਸੀਂ ਹਜੇ ਕੁਝ ਸਮਾਂ ਇੱਧਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦਾ ਉਪਦੇਸ਼, ਘਰ ਦਾ ਉਪਦੇਸ਼ ਵੰਡ ਰਹੇ ਹਾਂ। ਮਹਾਰਾਜ ਨੇ ਕਿਹਾ ਸੀ, ਕਹਿਣ ਲੱਗੇ ਤੁਸੀਂ ਸ਼ੁਕਰ ਵਿੱਚ ਜੁੜੋ, ਅਸੀਂ ਵਕਤ ਨਾਲ ਆਵਾਂਗੇ। ਇਹ ਇਤਿਹਾਸ ਵਿੱਚ ਜੀ 5 ਸਾਲਾਂ ਬਾਅਦ ਮਹਾਰਾਜ ਆਪਣੇ ਸੁਪੁੱਤਰ ਨੂੰ ਆ ਕੇ ਮਿਲਦੇ ਆ। ਕਰੀਬ 5 ਸਾਲ ਵਾਪਸ ਨਹੀਂ ਪਰਤੇ ਮਹਾਰਾਜ, ਕਿਉਂਕਿ ਮਹਾਰਾਜ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਵੰਡਣ ਗਏ ਸਨ। ਦੁਨਿਆਵੀ ਪਿਤਾ ਵਾਂਗ ਨਹੀਂ ਵੀ ਘਰ ਵਿੱਚ ਪੁੱਤਰ ਧੀ ਦਾ ਜਨਮ ਹੋਣਾ ਤੇ ਬੰਦਾ ਘਰ ਤੋਂ ਬਾਹਰ ਕਦਮ ਨਹੀਂ ਰੱਖਦਾ। ਹੁਣ ਇੱਥੇ ਬਚਪਨਾ ਬਤੀਤ ਹੁੰਦਾ। ਮੈਂ ਸੰਖੇਪ ਕਹਿ ਦਿੰਦਾ, 7 ਸਾਲ ਦੀ ਕਰੀਬ ਬਚਪਨਾ ਗੁਰੂ ਕਲਗੀਧਰ ਜੀ ਦਾ ਪਟਨਾ ਸਾਹਿਬ ਬਤੀਤ ਹੁੰਦਾ। ਉਹਨਾਂ ਵਿੱਚ ਸਭ ਤੋਂ ਪਹਿਲੀ ਬਖਸ਼ਿਸ਼ ਲੈਣ ਵਾਲਾ ਉਹ ਕੁਢਾਮ ਦਾ ਰਹਿਣ ਵਾਲਾ ਇੱਕ ਫਕੀਰ ਸੀ। ਤੇ ਜਦੋਂ ਉਸ ਫਕੀਰ ਨੂੰ ਪਤਾ ਲੱਗਿਆ, ਕੁਢਾਮ ਦੇ ਰਹਿਣ ਵਾਲੇ ਨੂੰ, ਕਿ ਇੱਧਰ ਧੰਨ ਗੁਰੂ ਕਲਗੀਧਰ ਮਹਾਰਾਜ ਦਾ ਪ੍ਰਕਾਸ਼ ਹੋਇਆ, ਇਤਿਹਾਸ ਕਹਿੰਦੇ ਉਸ ਫਕੀਰ ਨੇ ਅੱਜ ਨਮਾਜ਼ ਅਦਾ ਕੀਤੀ ਤੇ ਉਹਨੇ ਅੱਗੇ ਪੱਛਮ ਵਾਲੇ ਪਾਸੇ ਆਪਣਾ ਸੀਸ ਝੁਕਾਉਂਦਾ ਸੀ ਖੁਦਾ ਨੂੰ ਜਾਣ ਕੇ, ਤੇ ਇਸ ਵਾਰ ਉਹਨੇ ਜਿਹੜਾ ਸੀਸ ਝੁਕਾਇਆ ਉਹ ਪੂਰਬ ਵਾਲੇ ਪਾਸੇ ਝੁਕਾਇਆ। ਨਾਲ ਦੇ ਮੁਰੀਦਾਂ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ, ਐ ਫਕੀਰ ਸਾਈਂ, ਅਸੀਂ ਤੇਰਾ ਪੱਲਾ ਪਕੜਿਆ ਤਾਂ ਕਰਕੇ ਵੀ ਤੂੰ ਸਾਡੀ ਖੁਦਾ ਤੱਕ ਰਸਾਈ ਪਹੁੰਚ ਕਰਾਏਂਗਾ। ਤੂੰ ਤੇ ਖੁਦ ਆਪਣਾ ਸੀਸ ਪੱਛਮ ਵਿੱਚ ਮੁਸਲਮਾਨ ਵੀਰ ਸੋਚਦਾ ਹੈ ਅੱਲਾ ਦਾ ਨੂਰ ਹੈ, ਤੇ ਤੂੰ ਤੇ ਖੁਦ ਆਪਣਾ ਸੀਸ ਝੁਕਾਈ ਜਾ ਰਿਹਾ ਹੈ ਪੂਰਬ ਵਾਲੇ ਪਾਸੇ, ਤੇ ਜੇ ਖੁਦ ਹੀ ਕੁਰਾਹੇ ਪੈ ਗਈਆਂ ਤੇ ਸਾਡੀ ਉਸ ਪਰਮਾਤਮਾ ਤੱਕ ਰਸਾਈ ਕਿਵੇਂ ਹੋਏਗੀ। ਉਸ ਫਕੀਰ ਨੇ ਸ਼ਬਦ ਵਰਤੇ ਸਨ, ਕਹਿਣ ਲੱਗਿਆ, ਜਿਸ ਖੁਦਾ ਨੂੰ ਮੈਂ ਅੱਗੇ ਸੀਸ ਝੁਕਾਉਣਾ ਉਸ ਖੁਦਾ ਦਾ ਹੀ ਪਟਨਾ ਸਾਹਿਬ ਦੀ ਧਰਤੀ 'ਤੇ ਪ੍ਰਕਾਸ਼ ਹੋ ਗਿਆ। ਸਭ ਤੋਂ ਪਹਿਲੀ ਬਖਸ਼ਿਸ਼ ਉਸ ਫਕੀਰ ਨੇ ਆ ਕੇ ਪਟਨਾ ਸਾਹਿਬ ਸਤਿਗੁਰੂ ਦਾ ਦੀਦਾਰ ਕਰਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਬਖਸ਼ਿਸ਼ ਲਈ ਸੀ। ਫਿਰ ਪਟਨਾ ਸਾਹਿਬ, ਇਹ ਮੋਟੇ ਤੌਰ 'ਤੇ ਚੇਤਾ ਰੱਖ ਲਓ, ਇੱਥੇ ਇੱਕ ਫਤਿਹ ਚੰਦ ਮੈਣੀ ਬਾਦਸ਼ਾਹ ਤੇ ਰਾਣੀ ਹੈ। ਇਹਨਾਂ ਦੇ ਘਰ ਔਲਾਦ ਨਹੀਂ ਸੀ ਤੇ ਇਹ ਚਾਹਤ ਰੱਖਦੀ ਸੀ ਫਤਿਹ ਚੰਦ ਮੈਣੀ ਦੇ ਘਰ ਵਾਲੀ ਰਾਣੀ ਵੀ ਮੇਰੀ ਕੁੱਖ ਤੋਂ ਗੁਰੂ ਕਲਗੀਧਰ ਵਰਗਾ ਸੁਪੁੱਤਰ ਹੋਵੇ। ਤੇ ਇੱਕ ਦਿਨ ਖੇਡਦਿਆਂ ਖੇਡਦਿਆਂ ਗੋਦ ਵਿੱਚ ਜਾ ਕੇ ਕਿਹਾ ਸੀ, ਅੱਜ ਤੋਂ ਬਾਅਦ ਤੂੰ ਮੇਰੀ ਮਾਂ ਤੇਰਾ ਸੁਪੁੱਤਰ ਵਾ। ਇਹਦੀ ਭੁੱਖ ਅੰਦਰੋਂ ਤ੍ਰਿਪਤ ਕੀਤਾ, ਨਾਮ ਨਾਲ ਜੋੜਿਆ। ਇੱਥੇ ਸ਼ਿਵਦੱਤ ਪੰਡਤ ਹੈ। ਸ਼ਿਵਦੱਤ ਪੰਡਤ ਕਈ ਵਰ੍ਹਿਆਂ ਤੋਂ ਲੈ ਕੇ ਗੰਗਾ ਕਿਨਾਰੇ ਬੈਠ ਕੇ ਨੇਤਰ ਮੂੰਦ ਕੇ
ਤੇ ਰੱਬ ਦੀ ਇਬਾਦਤ ਕਰਦਾ, ਪਰ ਹਜੇ ਤੱਕ ਇਬਾਦਤ ਕਰਕੇ ਪੁੱਗਿਆ ਨਹੀਂ ਸੀ, ਪ੍ਰਾਪਤੀ ਨਹੀਂ ਹੋਈ ਸੀ। ਇਹਨੇ ਭਾਵਨਾ ਬਣਾਈ ਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ਿਵਦੱਤ ਪੰਡਤ ਤੇ ਕਿਰਪਾ ਵਰਤਾਈ ਸੀ। ਇੱਥੇ ਪਟਨਾ ਸਾਹਿਬ ਦੀ ਧਰਤੀ ਤੇ ਰਹੀਮ ਬਖਸ਼ ਤੇ ਕਰੀਮ ਬਖਸ਼ ਵਰਗੇ ਗੁਰੂ ਕੀ ਰਹਿਮਤ ਲੈਂਦੇ ਨੇ। ਇੱਥੇ ਜਗਤਮਲ ਸੇਠ ਹੈ ਜਿਹੜਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਲੈਂਦਾ ਹੈ। ਕਰੀਬ 7 ਸਾਲ ਦਾ ਸਮਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਹੀ ਬਚਪਨ ਦਾ ਗੁਜ਼ਾਰਿਆ ਤੇ ਅੱਗੇ ਫਿਰ ਮਹਾਰਾਜ ਸੱਚੇ ਪਾਤਸ਼ਾਹ 7 ਸਾਲਾਂ ਬਾਅਦ ਅੱਜ ਮਾਖੋਵਾਲ ਨੂੰ ਤੁਰਦੇ ਆ। ਮਾਖੋਵਾਲ ਨਾਨਕੀ ਚੱਕ, ਜਿਹਨੂੰ ਆਨੰਦਪੁਰ ਸਾਹਿਬ ਆਪਾਂ ਅੱਜ ਆਖਦੇ ਹਾਂ, ਇੱਧਰ ਨੂੰ ਤੁਰਦੇ ਆ। ਤੇ ਤੁਰਨ ਤੋਂ ਪਹਿਲਾਂ ਮਹਾਰਾਜ ਸਭ ਨੂੰ ਦਿਲਾਸਾ ਦੇ ਕੇ ਇੱਕ ਇੱਕ ਨੂੰ ਅੰਮ੍ਰਿਤ ਬਚਨ ਕਹਿ ਕੇ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਿਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੀ ਅੰਮ੍ਰਿਤ ਬਾਣੀ ਪੜ੍ਹਿਓ, ਲੰਗਰਾਂ ਦੇ ਪ੍ਰਵਾਹ 'ਚ ਲਾਇਓ, ਤੁਹਾਨੂੰ ਮੇਰੀ ਭਾਵਨਾ ਨਾਲ ਅਰਦਾਸ ਕਰੋਗੇ ਦੀਦਾਰ ਹੋਣਗੇ। ਇੱਥੋਂ ਮਹਾਰਾਜ ਚੱਲ ਕੇ, ਮੈਂ ਸੰਖੇਪ ਕਹਿ ਰਿਹਾ, ਤੇ ਰਸਤੇ ਵਿੱਚ ਇੱਕ ਬਿਰਧ ਮਾਈ ਉਡੀਕਦੀ ਹੈ ਪਿੰਡ ਦਾਨਪੁਰ। ਰੋਜ਼ਾਨਾ ਉਹਨੇ ਉਡੀਕ ਕਰਨੀ। ਉਹ ਕੰਨਾਂ ਰਾਹੀਂ ਕਈ ਵਾਰੀ ਗੁਰੂ ਕਲਗੀਧਰ ਜੀ ਦੇ ਸਿਫਤਾਂ ਸੁਣਦੀ ਸੀ ਤੇ ਉਹਨੇ ਅਰਦਾਸ ਕਰਕੇ ਆਖਣਾ, ਸਤਿਗੁਰੂ ਮੈਂ ਬਿਰਧ ਵਾਂ, ਚੱਲ ਕੇ ਨਹੀਂ ਆ ਸਕਦੀ, ਕਦੀ ਦੀਦਾਰ ਬਖਸ਼ਿਓ। ਮਹਾਰਾਜ ਪਟਨਾ ਸਾਹਿਬ ਤੋਂ ਮਾਖੋਵਾਲ ਜਾਂਦਿਆਂ ਰਸਤੇ ਵਿੱਚ ਉਹ ਬਿਰਧ ਮਾਈ, ਉਂਝ ਉਹਦਾ ਨਾਮ ਨਹੀਂ, ਪਰ ਇੱਕ ਵਿਦਵਾਨ ਪੁਰਖ ਨੇ ਕਿਹਾ ਵੀ ਭਾਲ ਕਰਕੇ ਪਤਾ ਲੱਗਿਆ ਉਹਦਾ ਨਾਮ ਸੀ ਜਮਨਾ, ਬੀਬੀ ਜਮਨਾ ਮਾਈ। ਤੇ ਉਹਨੂੰ ਦਰਸ਼ਨ ਦੀਦਾਰ ਬਖਸ਼ ਕੇ ਉਹਦੀ ਬਣਾਈ ਖਿਚੜੀ ਖਾ ਕੇ ਸੰਗਤਾਂ ਨੇ ਛਕ ਕੇ, ਜਿੱਥੇ ਅੱਜ ਹਾਂਡੀ ਕਾ ਗੁਰਦੁਆਰਾ ਬਣਿਆ, ਤੇ ਇੱਥੇ ਬਖਸ਼ਿਸ਼ ਵਰਤਾ ਕੇ ਮਾਈ ਨੂੰ ਅੰਦਰੋਂ ਤ੍ਰਿਪਤ ਕਰਕੇ ਉਹਨੂੰ ਨਾਮ ਦੀ ਦਾਤ ਦੇ ਕੇ ਹੌਲੀ ਹੌਲੀ ਮਹਾਰਾਜ ਚੱਲ ਕੇ ਮਾਖੋਵਾਲ ਪਹੁੰਚਦੇ ਆ। ਮਾਖੋਵਾਲ ਆਨੰਦਪੁਰ ਸਾਹਿਬ ਨੂੰ ਕਿਹਾ ਜਾਂਦਾ ਹੈ। ਇਤਿਹਾਸ ਇਹ ਕਹਿੰਦਾ ਹੈ ਕਿ ਇਹ ਨਗਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਵਸਾਇਆ। 2200 ਟਕਾ ਦੇ ਕੇ 3 ਪਿੰਡਾਂ ਦੀ ਜ਼ਮੀਨ ਮੁੱਲ ਖਰੀਦ ਕੇ ਵਸਾਇਆ। ਪਹਿਲਾ ਨਾਮ ਨਾਨਕੀ ਚੱਕ, ਫਿਰ ਅਗਲਾ ਨਾਮ ਮਾਖੋਵਾਲ। ਤੇ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਗੋਬਿੰਦ ਰਾਏ ਬਚਪਨ ਦਾ ਨਾਮ, ਪਟਨਾ ਸਾਹਿਬ ਤੋਂ ਮਾਖੋਵਾਲ ਆਏ, ਇੱਥੇ ਇੱਕ ਬੜਾ ਕੀਮਤੀ ਇਤਿਹਾਸ ਵਿੱਚ ਨੁਕਤਾ ਹੈ ਜਿਹੜਾ ਅੱਜ ਸਾਨੂੰ ਸਮਝਣਾ ਚਾਹੀਦਾ। ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਦਰਬਾਰ ਸਜਿਆ ਸੀ, ਤੇ ਜਦੋਂ ਸਜੇ ਦਰਬਾਰ ਵਿੱਚ ਮਹਾਰਾਜ ਨੇ ਵੇਖਿਆ ਵੀ ਸਾਹਮਣੇ ਪਟਨਾ ਸਾਹਿਬ ਤੋਂ ਚੱਲ ਕੇ ਗੋਬਿੰਦ ਰਾਏ ਸਾਹਿਬਜ਼ਾਦਾ, ਮਾਂ ਗੁਜਰੀ ਜੀ, ਮਾਮਾ ਕਿਰਪਾਲ ਚੰਦ ਸਿੱਖ ਸੰਗਤਾਂ ਆ ਰਹੀਆਂ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਖਾਂ ਨੂੰ ਕਿਹਾ ਕਿ ਗੋਬਿੰਦ ਰਾਏ ਸਾਹਿਬਜ਼ਾਦੇ ਨੂੰ ਜਾ ਕੇ ਕਹੋ ਉਹ ਬਾਹਰ ਹੀ ਰੁਕੇ, ਦਰਬਾਰ ਵਿੱਚ ਨਾ ਆਏ। ਸਿੱਖਾਂ ਨੇ ਜਾ ਕੇ ਕਹਿ ਦਿੱਤਾ। ਮਹਾਰਾਜ ਖੁਦ ਸਿੰਘਾਸਨ ਤੋਂ ਉੱਠ ਕੇ ਗਏ ਤੇ ਜਾ ਕੇ ਆਪਣੇ ਪੁੱਤ ਨੂੰ ਗਲਵਕੜੀ ਵਿੱਚ ਨਹੀਂ ਲਿਆ। ਪਹਿਲਾਂ ਇੱਕ ਬਚਨ ਆਖਿਆ, ਕਹਿਣ ਲੱਗੇ, ਬੇਟਾ ਤੁਸੀਂ ਬਹੁਤਾ ਸਮਾਂ ਆਪਣੀ ਮਾਂ ਕੋਲ ਤੇ ਪਟਨਾ ਸਾਹਿਬ ਗੁਜ਼ਾਰਿਆ, ਇਹ ਦੱਸੋ ਵੀ 7 ਸਾਲ ਦੀ ਉਮਰ ਤੱਕ ਕਿੰਨੀ ਗੁਰਬਾਣੀ ਕੰਠ ਕਰ ਲਈ, ਤੁਸੀਂ ਮੈਨੂੰ ਕੰਠ ਗੁਰਬਾਣੀ ਸੁਣਾਓ। ਤੇ ਇਤਿਹਾਸ ਇਹ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਸ ਵੇਲੇ ਆਨੰਦ ਸਾਹਿਬ ਦੀ ਸੰਪੂਰਨ ਬਾਣੀ, ਰਾਮਕਲੀ ਮਹੱਲਾ ਤੀਜਾ, ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇਹ ਸੰਪੂਰਨ ਗੁਰਬਾਣੀ ਦਾ ਪਾਠ ਸੁਣਾਇਆ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਗੁਰਬਾਣੀ ਸੁਣਨ ਤੋਂ ਬਾਅਦ ਆਪਣੇ ਪੁੱਤ ਗੋਬਿੰਦ ਰਾਏ ਨੂੰ ਗਲਵਕੜੀ ਵਿੱਚ ਲੈ ਕੇ ਪਿਆਰ ਕੀਤਾ ਤੇ ਇੱਕ ਬਚਨ ਆਖਿਆ, ਸਿੱਖੋ ਆਉਣ ਵਾਲੇ ਸਮੇਂ ਦੇ ਅੰਦਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਸਤਕ ਟੇਕਣ ਵਾਲੇ ਸਿੱਖ ਨੂੰ ਇਹ ਗੱਲ ਦੀ ਗਿਆਤ ਰਹੇਗੀ ਕਿ ਇੱਥੇ ਪਿਓ ਪੁੱਤ ਦਾ ਮਿਲਾਪ ਬਾਅਦ ਵਿੱਚ ਹੈ,
ਪਹਿਲਾਂ ਇੱਥੇ ਸਿੱਖ ਤੇ ਗੁਰੂ ਦਾ ਮਿਲਾਪ ਹੈ। ਸਿੱਖ ਤੇ ਗੁਰੂ ਦਾ ਮਿਲਾਪ ਉਦੋਂ ਹੁੰਦਾ ਜਦੋਂ ਸਿੱਖ ਦੇ ਹਿਰਦੇ ਵਿੱਚ ਗੁਰਬਾਣੀ ਦਾ ਵਾਸਾ ਹੋਵੇ, ਜਦੋਂ ਇਹਦੇ ਹਿਰਦੇ ਵਿੱਚ ਗੁਰਬਾਣੀ ਹੋਵੇ। ਗੁਰਮੁਖੋ, ਇਹ ਬੜੀ ਕੀਮਤੀ ਗੱਲ ਹੈ। ਅੱਜ ਵੀ ਵੇਖੋ, ਜੇ ਆਪਾਂ ਸੇਧ ਲਈਏ ਇਤਿਹਾਸ ਤੋਂ, ਗੁਰੂ ਤੇਗ ਬਹਾਦਰ ਸਾਹਿਬ ਤੇ ਆਪਣੇ ਸਪੁੱਤਰ ਤੋਂ ਗੁਰਬਾਣੀ ਸੁਣਦੇ ਆ। ਅੱਜ ਕੋਈ ਬਿਰਲਾ ਟਾਵਾਂ ਟੱਲਾ ਮਾਂ ਬਾਪ ਹੋਵੇਗਾ, ਬਿਰਲੇ ਬਿਰਲੇ ਲੱਭਣੇ ਮੁਸ਼ਕਲ ਨੇ, ਜਿਹੜਾ ਇਹ ਕਹੇ ਵੀ ਪੁੱਤ ਮੈਂ ਤੇਰੀਆਂ ਲੋੜਾਂ ਪੂਰੀਆਂ ਕਰਦਾ, ਤੈਨੂੰ ਦੁਨਿਆਵੀ ਤੌਰ 'ਤੇ ਜੋ ਕੁਛ ਚਾਹੀਦਾ ਮੈਂ ਮਿਹਨਤ ਕਰਕੇ ਤੈਨੂੰ ਇਹ ਵਸਤੂ ਲਿਆ ਕੇ ਦਿੰਦਾ, ਪਰ ਤੂੰ ਇੱਕ ਕੰਮ ਕਰ, ਮੈਨੂੰ ਕਦੀ ਜਪਜੀ ਸਾਹਿਬ ਦਾ ਪਾਠ ਸੁਣਾ। ਉਹ ਕਹੇ ਮੈਨੂੰ ਕਦੀ ਰਹਿਰਾਸ ਸਾਹਿਬ ਦਾ ਪਾਠ ਸੁਣਾ, ਕੋਈ ਬਿਰਲਾ ਮਿਲੇਗਾ। ਪਰ ਸਿੱਖ ਦਾ ਫਰਜ਼ ਹੈ, ਇਹ ਗੁਰਮੁਖ ਵਿਦਵਾਨ ਕਹਿੰਦਾ ਸੀ, ਸਿੱਖੋ ਪਦਾਰਥ ਭਾਵੇਂ 2 ਘੱਟ ਛਕ ਲਓ। ਵੈਸੇ ਉਹਦੇ ਬੋਲ ਸਨ, ਘਰ ਵਿੱਚ ਸਬਜ਼ੀਆਂ 2 ਦੀ ਥਾਂ 1 ਬਣਾ ਕੇ ਛਕ ਲਓ, ਤਨ ਦਾ ਕੱਪੜਾ ਸਾਧ ਮੁਰਾਦਾ ਪਹਿਨ ਲਵੋ, ਪਦਾਰਥ ਘੱਟ ਕਰ ਲਵੋ, ਪਰ ਇੱਕ ਕੰਮ ਕਰੋ, ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਨਾਲ ਜੋੜੋ, ਤਾਂ ਜੋ ਸਾਡੀ ਕੌਮ ਦਾ ਅਤੇ ਤੁਹਾਡੇ ਪਰਿਵਾਰਾਂ ਦਾ ਭਵਿੱਖ ਉਜਲਾ ਹੋ ਜਾਏਗਾ, ਭਵਿੱਖ ਬਣ ਜਾਏਗਾ। ਹੁਣ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਆਏ। ਇਤਿਹਾਸ ਇਹ ਕਹਿੰਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੀ ਦੇਖ ਰੇਖ ਹੇਠ ਕਲਗੀਧਰ ਸੱਚੇ ਪਾਤਸ਼ਾਹ ਨੂੰ ਗੁਰਬਾਣੀ ਦੀ ਸੰਥਿਆ, ਫਿਰ ਇਸ ਤੋਂ ਇਲਾਵਾ ਅਰਬੀ, ਬ੍ਰਿਜ ਭਾਸ਼ਾ, ਸੰਸਕ੍ਰਿਤ, ਫਾਰਸੀ, ਗੁਰਮੁਖੀ, ਇਹ ਸਾਰੀਆਂ ਵਿੱਦਿਆ ਮਹਾਰਾਜ ਨੂੰ ਆਪਣੀ ਦੇਖ ਰੇਖ ਵਿੱਚ ਪੜ੍ਹਾਈਆਂ। ਸ਼ਾਸਤਰ ਵਿੱਦਿਆ ਤੇ ਹਜੇ 2 ਕੁ ਸਾਲ ਗੁਜ਼ਰੇ ਸਨ। ਉਹ ਆਪ ਜੀ ਨੂੰ ਪਤਾ ਹੈ, ਮੈਂ ਸੰਖੇਪ ਕਹਿ ਰਿਹਾ, 9 ਸਾਲ ਦੀ ਕਲਗੀਧਰ ਪਾਤਸ਼ਾਹ ਦੀ ਆਰਬਲਾ ਹੋਈ ਤੇ ਇਹਨੇ ਕਸ਼ਮੀਰੀ ਪੰਡਤ ਆ ਪਹੁੰਚੇ। ਉਹਨਾਂ ਆ ਕੇ ਫਰਿਆਦ ਕੀਤੀ। ਕਿਰਪਾ ਰਾਮ ਦੀ ਅਗਵਾਈ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹਨਾਂ ਦੇ ਨੇਤਰਾਂ ਵਿੱਚੋਂ ਵਗਦਾ ਹੋਇਆ ਨੀਰ ਵੇਖ ਕੇ ਦਇਆ ਦੇ ਘਰ ਵਿੱਚ ਆਏ। ਮਹਾਰਾਜ ਨੇ ਸਭ ਨੂੰ ਦਿਲਾਸਾ ਦੇ ਕੇ ਕਿਹਾ, ਤੁਸੀਂ ਘਰਾਂ ਨੂੰ ਜਾਓ, ਤੁਹਾਡੇ ਤਿਲਕ ਜੰਜੂ ਜੀ, ਤੁਹਾਡੀ ਲਹਿੰਦੀ ਪੱਤ, ਇਹਨੂੰ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਕਿਰਪਾ ਦੇ ਨਾਲ ਗੁਰੂ ਨਾਨਕ ਦਾ ਘਰ ਢਕੇਗਾ। ਜ਼ੁਲਮ ਕਰਨ ਵਾਲਿਆਂ ਨੂੰ ਗੁਰੂ ਨਾਨਕ ਦਾ ਘਰ ਹਮੇਸ਼ਾ ਹੀ ਠੱਲ ਪਾਉਂਦਾ। ਉਹਨਾਂ ਨੂੰ ਦਿਲਾਸਾ ਦਿੱਤਾ ਮਹਾਰਾਜ ਨੇ। ਕਸ਼ਮੀਰੀ ਪੰਡਤ ਚਲੇ ਗਏ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ 9 ਸਾਲ ਦੀ ਆਰਬਲਾ ਦੇ ਅੰਦਰ ਆਪਣੇ ਪਿਤਾ ਨੂੰ ਸ਼ਹਾਦਤ ਲਈ ਖੁਦ ਤੋਰਦੇ ਆ। ਤਾਂ ਹੀ ਅਰਦਾਸ ਵਿੱਚ ਕਿਹਾ ਕਿ ਇੱਥੇ ਬਚਨ ਵਰਤੇ 10ਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਹੁਣ ਅੱਜ ਇੱਥੇ ਆਪਣੇ ਪਿਤਾ ਨੂੰ ਸ਼ਹਾਦਤ ਲਈ ਤੋਰ ਰਹੇ ਨੇ। ਸਿੱਖ ਸੰਗਤਾਂ ਸਭ ਨੂੰ ਮਹਾਰਾਜ ਨੇ ਦਿਲਾਸਾ ਦੇ ਕੇ ਮਹਾਰਾਜ ਗਏ। ਉਹ ਆਪ ਜੀ ਨੂੰ ਪਤਾ ਹੈ, ਵੱਖਰਾ ਇਤਿਹਾਸ ਵੀ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚਾਂਦਨੀ ਚੌਂਕ ਵਿੱਚ ਸ਼ਹਾਦਤ ਦਿੰਦੇ ਆ। ਫਿਰ ਇੱਥੇ ਭਾਈ ਜੈਤਾ ਜੀ ਸੀਸ ਲੈ ਕੇ ਆਉਂਦੇ ਆ। ਧੜ ਦਾ ਸੰਸਕਾਰ, ਸੇਵਾ ਸੰਭਾਲ ਭਾਈ ਲੱਖੀ ਸ਼ਾਹ ਬਣਜਾਰਾ ਕਰਦੇ ਆ। ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣਾ, ਆਪਣੀ ਗੋਦ ਵਿੱਚ ਭੇਟਾ ਆਪਣੇ ਪਿਤਾ ਦੇ ਸੀਸ ਨੂੰ ਪਵਾਇਆ। ਸਾਰੀਆਂ ਸੰਗਤਾਂ ਬੈਰਾਗਮਈ ਹੋਈਆਂ, ਪਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਕਿਹਾ ਨਾ ਵੀ ਚਿਤ ਨਾ ਭਇਓ ਹਮਰੋ ਆਵਨ ਕੋ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਉਹ ਚੁਭੀ ਹੋਈ ਸੁਰਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੇ ਨੇਤਰਾਂ ਵਿੱਚੋਂ ਬੈਰਾਗ ਦੀ ਥਾਂ ਸਾਰੀਆਂ ਸੰਗਤਾਂ ਨੂੰ ਦਿਲਾਸਾ ਦਿੱਤਾ। ਭਾਣਾ ਤੇ ਹੁਕਮ ਵਿੱਚ, ਰਜਾ ਵਿੱਚ ਰਹਿਣ ਦੀ ਬਚਨ ਕਹਿ ਕੇ ਤੇ ਫਿਰ ਇੱਥੋਂ ਆਰੰਭਤਾ ਕੀਤੀ। ਮਹਾਰਾਜ ਨੇ ਸਿੱਖ ਸੰਗਤਾਂ ਨੂੰ ਉਚੇਚੇ ਤੌਰ 'ਤੇ ਕੁਝ ਬਚਨ ਕਹੇ। ਇਤਿਹਾਸ ਵਿੱਚ ਇਸ ਗੱਲ ਦਾ ਜ਼ਿਕਰ ਮਿਲਦਾ ਹੈ।
ਉਹ ਉਚੇਚੇ ਤੌਰ ਤੇ ਬਚਨ ਇਹ ਸਨ ਵੀ ਅੱਜ ਤੋਂ ਬਾਅਦ ਸਿੱਖੋ ਜਿਹਨੇ ਗੁਰੂ ਦਰਬਾਰ ਵਿੱਚ ਆਉਣਾ, ਕੋਸ਼ਿਸ਼ ਕਰੋ ਵੀ ਉਹ ਕੀਮਤੀ ਸ਼ਾਸਤਰ ਭੇਟ ਕਰੋ, ਕੀਮਤੀ ਘੋੜੇ ਭੇਟ ਕਰੋ। ਦੂਜਾ ਬਚਨ ਕਿਹਾ ਕਿ ਕੋਈ ਭਾਵੇਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਇਹ ਪਹਿਲਾਂ ਤੋਂ ਹੀ ਮਰਿਆਦਾ ਹੈ ਕਿ ਸਾਬਤ ਸੂਰਤ ਦਸਤਾਰ ਸਿਰਾ, ਪਰ ਉਚੇਚੇ ਤੌਰ ਤੇ ਫਿਰ ਇੱਕ ਵਾਰੀ ਬਚਨ ਦੁਹਰਾਇਆ, ਕਹਿਣ ਲੱਗੀ ਕੋਈ ਕੇਸਾਂ ਦੀ ਬੇਅਦਬੀ ਨਹੀਂ ਕਰੇਗਾ। ਫਿਰ ਤੀਜਾ ਬਚਨ ਵਰਤਿਆ ਕਿ ਅੱਜ ਤੋਂ ਬਾਅਦ ਗੁਰੂ ਘਰ ਵਿੱਚ ਆਪਣੀਆਂ ਜ਼ੁਬਾਨੀਆਂ ਭੇਟ ਕਰੋ। ਗੁਰੂ ਜੀ ਦਾ ਬਚਨ ਸੁਣਨ ਦੀ ਦੇਰ ਸੀ, ਸਿੱਖ ਸੰਗਤਾਂ ਨੇ ਬੇਅੰਤ ਪੁੱਤਾਂ ਨੂੰ ਗੁਰੂ ਚਰਨਾਂ ਵਿੱਚ ਭੇਟ ਕੀਤਾ, ਸ਼ਾਸਤਰ ਭੇਟ ਕੀਤੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਰਪਾ ਕਰਕੇ ਕੀਮਤੀ ਘੋੜੇ ਭੇਟ ਕੀਤੇ। ਮਹਾਰਾਜ ਨੇ ਰਣਜੀਤ ਨਗਾਰਾ ਬਣਾਇਆ। ਚਲੋ ਉਹ ਬੜਾ ਲੰਮਾ ਇਤਿਹਾਸ, 4 ਚੁਫੇਰੇ 22 ਧਾਰ ਦੇ ਰਾਜੇ ਨੇ। ਜਦੋਂ ਗੁਰੂ ਕੇ ਸਿੱਖ ਬਾਣੀ ਪੜ੍ਹ ਕੇ ਅਰਦਾਸ ਬੇਨਤੀ ਕਰਕੇ ਨਗਾਰਾ ਵਜਾਉਂਦੇ ਆ ਤੇ ਕਈ ਕੋਹ ਤੱਕ ਆਵਾਜ਼ ਜਾਂਦੀ ਹੈ। ਤੇ ਪਹਾੜੀ ਰਾਜਿਆਂ ਦਾ ਮੁਖੀ ਸੀ ਜਿਹੜਾ ਭੀਮ ਚੰਦ, ਤੇ ਬਾਕੀ ਦੇ ਰਾਜੇ ਕਰਲਾਉਂਦੇ ਨੇ ਕਿ ਕਲਗੀਧਰ ਪਾਤਸ਼ਾਹ ਆਪਣਾ ਰਾਜ ਕਾਇਮ ਕਰ ਰਹੇ ਨੇ। ਔਰੰਗਜ਼ੇਬ ਤੱਕ ਸ਼ਿਕਾਇਤਾਂ ਪਹੁੰਚਾਉਂਦੇ ਆ। ਗੁਰਮੁਖੋਂ ਵਕਤ ਦੇ ਨਾਲ ਫਿਰ ਪਹਿਲੀ ਜੰਗ ਹੁੰਦੀ ਆ, ਜਿਹਨੂੰ ਕਿਹਾ ਜਾਂਦਾ ਭੰਗਾਣੀ ਦਾ ਯੁੱਧ, 1686 ਵਿੱਚ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪਹਿਲਾਂ ਚਿੱਠੀਆਂ ਲਿਖ ਕੇ ਧਮਕੀਆਂ ਦਿੱਤੀਆਂ, ਸਿੱਧੇ ਸ਼ਬਦਾਂ ਵਿੱਚ ਕਹੋ ਕਿ ਤੁਸੀਂ ਫਕੀਰਾਂ ਵਾਂਗ ਰਹੋ, ਤੁਸੀਂ ਸ਼ਾਸਤਰ ਵਿਦਿਆ ਦੇ ਅਭਿਆਸ ਛੱਡ ਦਿਓ, ਤੁਸੀਂ ਘੋੜ ਸਵਾਰੀਆਂ ਤਿਆਗ ਦਿਓ, ਨਹੀਂ ਤੁਹਾਨੂੰ ਹਰਜਾਨਾ ਭੁਗਤਣਾ ਪਏਗਾ। ਪਹਿਲਾਂ ਵਾਲੇ ਗੁਰੂ ਸਾਹਿਬਾਨਾਂ ਵਾਂਗ ਰਹੋ, ਕਲਗੀਧਰ ਪਾਤਸ਼ਾਹ ਨੂੰ ਕਹਿਣਾ ਨਹੀਂ ਤੇ ਜੰਗ ਲਈ ਤਿਆਰ ਰਹੋ। ਤੇ 10ਵੇਂ ਪਾਤਸ਼ਾਹ ਨੇ ਜਵਾਬ ਦੇਣਾ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ ਕਿ ਪਹਿ ਕਾਹੂ ਕੋ ਦੇਤ ਨੈ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਇੱਥੇ ਨਾ ਡਰਿਆ ਜਾਂਦਾ ਔਰ ਨਾ ਕਿਸੇ ਨੂੰ ਡਰਾਇਆ ਜਾਂਦਾ। ਮਹਾਰਾਜ ਨੇ ਕਿਹਾ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦਾ ਰਾਜ ਭਾਗ ਐਸਾ ਹੈ ਜਿਹਨੂੰ ਬਾਣੀ ਵਿੱਚ ਕਿਹਾ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਨੀ ਨੀਵਦੈ। ਇਹਦੀ ਨੀਮ ਸੱਚ ਤੇ ਰੱਖੀ ਹੈ, ਝੂਠ ਤੇ ਨਹੀਂ। ਮਹਾਰਾਜ ਨੇ ਕਿਹਾ ਪਹਿਲੀ ਗੱਲ ਤੁਸੀਂ ਜ਼ੁਲਮ ਕਰਨਾ ਬੰਦ ਕਰ ਦਿਓ, ਤੇ ਜੇ ਜ਼ੁਲਮ ਕਰਨਾ ਬੰਦ ਨਹੀਂ ਕਰੋਗੇ ਤੇ ਜ਼ੁਲਮ ਦੇ ਬਰਾਬਰ ਗੁਰੂ ਨਾਨਕ ਦਾ ਘਰ ਅੜ ਖਲੋਏਗਾ। ਜੰਗ ਦੇ ਮੈਦਾਨ ਦੀ ਧਮਕੀ ਦੀ ਲੋੜ ਨਹੀਂ, ਤੁਸੀਂ ਵਕਤ ਦੱਸਿਓ, ਥਾਂ ਚੁਣਿਓ, ਫਿਰ ਆਪਾਂ ਉੱਥੇ ਜੰਗ ਦਾ ਮੈਦਾਨ ਵੀ ਵੇਖ ਲਵਾਂਗੇ। ਮਹਾਰਾਜ ਨੇ ਇਤਿਹਾਸ ਵਿੱਚ ਇੱਕ ਵਿਦਵਾਨ ਪੁਰਖ ਨੇ ਲਿਖਿਆ ਹੈ 100 ਤੋਂ ਉੱਪਰ ਚਿੱਠੀ, ਥੋੜਾ ਧਿਆਨ ਦਿਓ, 100 ਤੋਂ ਉੱਪਰ ਚਿੱਠੀਆਂ ਔਰੰਗਜ਼ੇਬ ਨੂੰ ਘੱਲੀਆਂ ਸਨ ਪਹਾੜੀ ਰਾਜਿਆਂ ਨੇ ਵੀ ਕਲਗੀਧਰ ਇਸ ਤਰ੍ਹਾਂ ਕਰਦੇ ਨੇ, ਕਲਗੀਧਰ ਸੱਚੇ ਪਾਤਸ਼ਾਹ ਸ਼ਾਸਤਰ ਰੱਖਦੇ ਨੇ, ਘੋੜ ਸਵਾਰੀ ਕਰਦੇ ਨੇ, ਸਿੱਖਾਂ ਨੂੰ ਅਭਿਆਸ ਕਰਵਾਉਂਦੇ ਨੇ, ਇਹਨਾਂ ਨਗਾਰਾ ਬਣਾਇਆ, ਇਹ ਰਾਜ ਭਾਗ ਕਾਇਮ ਕਰਦੇ ਨੇ, ਤੁਹਾਡੀ ਹਕੂਮਤ ਲਈ ਖਤਰਾ ਪੈਦਾ ਕਰਨਗੇ। ਇਸ ਤਰ੍ਹਾਂ ਚਿੱਠੀਆਂ ਘੱਲਣੀਆਂ। ਇੱਕ ਵਕਤ ਆਉਂਦਾ ਔਰੰਗਜ਼ੇਬ ਨੇ ਮਦਦ ਘੱਲੀ ਪਹਾੜੀ ਰਾਜਿਆਂ ਨੂੰ, ਭੀਮ ਚੰਦ ਵਰਗਿਆਂ ਨੂੰ, ਤੇ ਭੰਗਾਣੀ ਦਾ ਯੁੱਧ ਮੈਦਾਨ ਚੁਣਿਆ ਗਿਆ। ਪੌਂਟਾ ਸਾਹਿਬ ਤੋਂ 6 ਮੀਲ ਪੌਂਟਾ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਵਸਾਇਆ। ਤੇ ਜਦੋਂ ਇੱਥੇ ਜੰਗ ਦਾ ਮੈਦਾਨ ਚੁਣਿਆ ਗਿਆ, ਉਧਰੋਂ ਪਹਾੜੀ ਤੇ ਮੁਗਲਾਂ ਦੀ ਫੌਜ, ਇੱਧਰੋਂ ਗੁਰੂ ਕੇ ਸਿੱਖ ਬਾਣੀ ਪੜ੍ਹਨ ਵਾਲੇ ਸ਼ਰਧਾਲੂ ਸਿੱਖ ਸੰਗਤਾਂ। ਆਖਰ ਜੰਗ ਦੇ ਮੈਦਾਨ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਜਿੱਤ ਹੋਈ ਸੀ। ਸ਼ਬਦ ਫਿਰ ਵੀ ਵਰਤੇ ਬੜੀ ਨਿਮਰਤਾ ਵਾਲੇ। ਸਿੱਖਾਂ ਕਿਹਾ ਮਹਾਰਾਜ ਆਪਾਂ ਜਿੱਤ ਗਏ। ਮਹਾਰਾਜ ਕਹਿਣ ਲੱਗੇ ਨਹੀਂ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਕਹਿਣ ਲੱਗੇ ਇਹ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਆਪਣੀ ਝੋਲੀ ਵਿੱਚ ਜਿੱਤ ਪਈ ਗਈ, ਕਿਉਂਕਿ ਆਪਾਂ ਗੁਰੂ ਕੇ ਸਿਧਾਂਤ 'ਤੇ ਤੁਰ ਰਹੇ ਹਾਂ। ਉਸ ਤੋਂ ਬਾਅਦ ਮੈਂ ਤੁਹਾਨੂੰ ਸੰਖੇਪ ਕਹਿ ਰਿਹਾ, ਕਿਉਂਕਿ ਆਪਾਂ ਅਰਦਾਸ ਵਿੱਚ ਪੜ੍ਹਦੇ ਹਾਂ 10ਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। 10ਵੇਂ ਪਾਤਸ਼ਾਹ ਮਹਾਰਾਜ ਨੂੰ ਕੋਈ ਚੇਤਾ ਕਰੇ ਤੇ ਸਭ ਥਾਈਂ ਗੁਰੂ ਕਲਗੀਧਰ ਮਹਾਰਾਜ ਸਹਾਈ ਹੁੰਦੇ ਨੇ।
ਇਤਿਹਾਸ ਵਿੱਚ ਬੇਅੰਤ ਗਥਾਵਾਂ ਵੀ ਨੇ, ਪਰ ਮੈਂ ਇੱਥੇ ਕਹਿ ਦਿਆਂ ਵੀ ਫਿਰ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਕਈ ਇੱਕ ਜੰਗਾਂ ਹੁੰਦੀਆਂ ਮਹਾਰਾਜ ਦੀ। ਇੱਥੇ ਜਿਵੇਂ ਨਦੌਣ ਦੀ ਜੰਗ, ਬਸਾਲੀ ਦੀ ਜੰਗ, ਨਿਰਮੋਹੀ ਦੀ ਜੰਗ, ਭੰਗਾਣੀ ਦਾ ਯੁੱਧ, ਅੱਗੇ ਚੱਲ ਕੇ ਫਿਰ ਫਤਿਹਗੜ੍ਹ ਕਿਲ੍ਹਾ ਮਹਾਰਾਜ ਨੇ 6 ਕਿਲ੍ਹੇ ਬਣਵਾਏ ਆਨੰਦਪੁਰ ਸਾਹਿਬ ਦੀ ਧਰਤੀ 'ਤੇ। ਇਹ ਸਾਰੀਆਂ ਬਖਸ਼ਿਸ਼ਾਂ ਮਹਾਰਾਜ ਨੇ ਵਰਤਾਈਆਂ। ਇੱਥੇ ਕਈ ਜੰਗਾਂ ਹੁੰਦੀਆਂ, ਹਰ ਜੰਗ ਵਿੱਚ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਫਤਿਹ ਪ੍ਰਾਪਤ ਕਰਦੇ ਆ। ਗੁਰਮੁਖੋ ਫਿਰ ਮੈਂ ਬੇਨਤੀ ਕਰਾਂ, ਇਹ ਮਹਾਰਾਜ ਦੇ ਆਪਣੇ ਬੋਲ ਨੇ। ਗੁਰੂ ਜੀ ਨੂੰ ਮਹਾਰਾਜ ਨੇ ਕਿਹਾ ਸੀ ਅਸੀਂ ਸੰਸਾਰ 'ਤੇ ਜਨਮ ਪ੍ਰਕਾਸ਼ ਪਤਾ ਕਿਉਂ ਧਾਰਨ ਕੀਤਾ? ਉਹ ਸ਼ਬਦ ਵਰਤੇ ਸਨ, ਹਮ ਇਹ ਕਾਜ ਜਗਤ ਮੁ ਆਏ, ਧਰਮ ਹੇਤ ਗੁਰਦੇਵ ਪਠਾਏ। ਧਰਮ ਨੂੰ ਪ੍ਰਚੰਡ ਕਰਨ ਵਾਸਤੇ, ਧਰਮ ਦਾ ਪ੍ਰਸਾਰ ਕਰਨ ਵਾਸਤੇ, ਹਮ ਇਹ ਕਾਜ ਜਗਤ ਮੁ ਆਏ, ਧਰਮ ਹੇਤ ਗੁਰਦੇਵ ਪਠਾਏ। ਫਿਰ ਕਹਿਣ ਲੱਗੇ ਇੱਥੇ ਸੰਤ ਉਭਾਰਨ, ਦੁਸ਼ਟਾਂ ਨੂੰ ਮਾਰਨ ਦੇ ਲਈ, ਜ਼ੁਲਮ ਦਾ ਖਾਤਮਾ ਕਰਨ ਦੇ ਲਈ ਤੇ ਰੱਬ ਦੇ ਪਿਆਰਿਆਂ ਦੀ ਪੈਜ ਰੱਖਣ ਦੇ ਲਈ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ। ਮਹਾਰਾਜ ਫਿਰ ਉਹ ਕਿਰਪਾ ਵਰਤਾਉਂਦੇ ਹੈ। ਉਂਝ ਤੁਸੀਂ 10ਮ ਪਾਤਸ਼ਾਹ ਦੇ ਪ੍ਰਤੀ ਪੜ੍ਹੋ ਨਾ, ਵਿਦਵਾਨ ਪੁਰਖਾਂ ਦੀਆਂ ਕਲਮਾਂ, ਉਹਨਾਂ ਕਈ ਕੁਝ ਲਿਖਿਆ। ਕਿਉਂਕਿ ਸਤਿਗੁਰੂ ਦੀ ਕੁੱਲ ਜਿਹੜੀ ਆਰਬਲ ਹੈ ਉਹ 42 ਕੁ ਸਾਲ ਹੈ, ਪਰ ਕੋਈ ਵਿਦਵਾਨ ਇਹ ਕਹਿੰਦਾ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਮਹਾਨ ਸੂਰਬੀਰ ਸਨ। ਕੋਈ ਇਹ ਕਹਿੰਦੇ ਵਿਦਵਾਨ ਬੜੇ ਸਨ, ਕੋਈ ਕਹਿੰਦਾ ਜਰਨੈਲ ਸਨ, ਕੋਈ ਕਹਿੰਦਾ ਪੁੱਤਰਾਂ ਦੇ ਦਾਨੀ, ਕੋਈ ਕਹਿੰਦਾ ਪਿਤਾ ਨੂੰ ਕੁਰਬਾਨ ਕਰਨ ਵਾਲੇ। ਬੇਅੰਤ ਸ਼ਬਦ ਵਰਤੇ ਨੇ, ਪਰ ਅੱਲਾ ਯਾਰ ਖਾਂ ਜੋਗੀ ਵਰਗੇ, ਲਾਲਾ ਦੌਲਤ ਰਾਏ ਵਰਗਾ ਪੁਰਖ ਕਹਿੰਦਾ, ਲਾਲਾ ਦੌਲਤ ਰਾਏ ਕਹਿੰਦਾ ਐ ਸਤਿਗੁਰੂ। ਉਹਨੇ ਇੱਕ ਕਿਤਾਬ ਲਿਖੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਕਹਿਣ ਲੱਗਿਆ ਕਿਸੇ ਵਿੱਚ ਇੱਕ ਗੁਰ ਹੁੰਦਾ, ਮੇਰੇ ਹੱਥ ਵਿੱਚ ਕਾਗਜ਼ ਹੈ, ਕਲਮ ਹੈ, ਮੈਂ ਤੁਹਾਡਾ ਜੀਵਨ ਲਿਖਣਾ ਚਾਹੁੰਦਾ, ਪਰ ਕਾਗਜ਼ ਕਲਮ ਲੈ ਕੇ, ਪਰ ਮੈਨੂੰ ਇਹ ਗਿਆਤ ਨਹੀਂ ਆ ਰਹੀ ਮੈਂ ਗੱਲ ਸ਼ੁਰੂ ਕਿੱਧਰੋਂ ਕਰਾਂ। ਜੇ ਮੈਂ ਵੇਖਣਾ ਦੁਨਿਆਵੀ ਤੌਰ 'ਤੇ ਲੋਕੀ ਦਾਨ ਕਰਦੇ ਨੇ ਤਨ ਪਦਾਰਥ ਕੱਪੜਾ, ਗੁਰੂ ਤਨ ਪਦਾਰਥ ਕੱਪੜਾ ਜਾਂ ਲੰਗਰ ਪ੍ਰਸ਼ਾਦਾ ਦਾਨ ਕਰਨਗੇ, ਪਰ ਕਹਿਣ ਲੱਗੇ ਤੇਰੇ ਵਰਗਾ ਦਾਨੀ ਕੋਈ ਨਹੀਂ। ਤੂੰ ਦਾਨ ਜਦੋਂ ਕਰਦਾ ਤੇ ਮਨੁੱਖਤਾ ਲਈ ਆਪਣੇ ਪੁੱਤਰਾਂ ਨੂੰ ਵੀ ਕੁਰਬਾਨ ਕਰ ਦਿੰਦਾ। ਫਿਰ ਉਹਨਾਂ ਸ਼ਬਦ ਵਰਤੇ, ਕਹਿਣ ਲੱਗੇ ਜੇ ਮੈਂ ਦੇਖਾਂ ਵੀ ਵਿਦਵਾਨ ਪੁਰਖ ਦੀ ਗੱਲ ਤੇ ਤੇਰੇ ਵਰਗਾ ਵਿਦਵਾਨ ਕੋਈ ਨਹੀਂ। ਤੇਰੀ ਹਜ਼ੂਰੀ 'ਚ 52 ਕਵੀ 32 ਲਖਾਰੀ ਨੇ ਬੇਅੰਤ ਸ਼ਬਦ, ਬੇਅੰਤ ਰਚਨਾ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਕੀਤੀ। ਤੇਰੇ ਵਰਗਾ ਵਿਦਵਾਨ ਲੱਭਣਾ ਮੁਸ਼ਕਿਲ ਹੈ। ਜਿਹਦੀ ਹਜ਼ੂਰੀ 'ਚ 52 ਕਵੀ ਨੇ, ਉਹ ਸਤਿਗੁਰੂ ਆਪ ਕਿੰਨਾ ਵਿਦਵਾਨ ਹੋਵੇਗਾ। ਫਿਰ ਉਹਨੇ ਤੀਜਾ ਸ਼ਬਦ ਵਰਤਿਆ, ਕਹਿਣ ਲੱਗੇ ਜਦੋਂ ਮੈਂ ਵੇਖਦਾ ਤੇਰੇ ਵਰਗਾ ਜਰਨੈਲ ਕੋਈ ਨਹੀਂ। ਇੱਕ ਪਾਸੇ ਚਮਕੌਰ ਦੀ ਗੜੀ ਵਿੱਚ 40 ਸਿੱਖ ਨੇ, ਬਾਹਰ ਤੌਰ 'ਤੇ 10 ਲੱਖ ਦਾ ਘੇਰਾ ਹੈ। ਤੂੰ 40 ਵਿੱਚ ਇੰਨੀ ਬਹਾਦਰੀ ਜੁਰਤ ਪੈਦਾ ਕਰ ਦਿੰਦਾ ਕਿ 40 ਵਿੱਚੋਂ ਇੱਕ ਵੀ ਨਹੀਂ ਜਿਹੜਾ ਹੱਥ ਖੜਾ ਕਰਕੇ ਬਾਹਰ ਆਏ। 40 ਦੇ 40 ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹਾਦਤਾਂ ਪਾਉਂਦੇ ਨੇ। ਇਹ ਤੇਰੇ ਵਰਗੇ ਜਰਨੈਲ ਦੀ ਸਦਕਾ ਹੀ ਇਹ ਕਿਰਪਾ ਵਰਤ ਸਕਦੀ ਹੈ, ਨਹੀਂ ਤੇ ਐਡਾ ਵੱਡਾ ਘੇਰਾ ਵੇਖ ਕੇ 40 ਬੰਦਿਆਂ ਦਾ ਹੌਸਲਾ ਟੁੱਟ ਜਾਂਦਾ। ਤੇਰੇ ਵਰਗਾ ਜਰਨੈਲ ਕੋਈ ਨਹੀਂ। ਉਹਨੇ ਸ਼ਬਦ ਵਰਤੇ ਨੇ ਕਿ ਹੇ ਸਤਿਗੁਰੂ ਤੁਹਾਡੇ ਵਰਗਾ ਗੁਰੂ ਕੋਈ ਨਹੀਂ। ਜੇ ਮੈਂ ਗੁਰੂ ਵੇਖਾਂ ਇੱਥੇ ਐਸੇ ਗੁਰੂ ਨੇ ਜਿਹੜੇ ਕਰਮ ਕਾਂਡੀ ਪਖੰਡੀ, ਤੇਰੇ ਵਰਗਾ ਗੁਰੂ ਕੋਈ ਨਹੀਂ ਜਿਹੜਾ ਮਨੁੱਖਤਾ ਤੋਂ ਸਭ ਕੁਝ ਕੁਰਬਾਨ ਕਰਦਾ ਹੈ। ਕਹਿਣ ਲੱਗੇ ਮੈਂ ਤੇਰਾ ਜੀਵਨ ਲਿਖਣਾ ਚਾਹੁੰਦਾ, ਪਰ ਮੈਨੂੰ ਇਹ ਗੱਲ ਦੀ ਗਿਆਤ ਨਹੀਂ ਆ ਰਹੀ ਵੀ ਮੈਂ ਇਹ ਗੱਲ ਸ਼ੁਰੂ ਕਿੱਧਰੋਂ ਕਰਾਂ। ਅੱਲਾ ਯਾਰ ਖਾਂ ਜੋਗੀ ਨੇ ਤਾਂ ਹੀ ਇਹ ਸ਼ਬਦ ਵਰਤੇ ਸਨ। ਉਹਨੇ ਕਿਹਾ ਸੀ ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਤਾਰੀਫ ਹੋ ਗੋਬਿੰਦ ਕੀ वो कम ਹੈ। ਕਹਿਣ ਲੱਗਿਆ ਮੈਂ ਕਰਤਾਰ ਦੀ ਪਰਮਾਤਮਾ ਦੀ ਸੁਗੰਧ ਖਾ ਕੇ ਆਖਣਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਜਿੰਨੀ ਤਾਰੀਫ ਕੀਤੀ ਜਾਏ
जिन्नी सिफत कीती जाए सच जानो वो घट है। फिर बेनती करा, महाराज ने आनंदपुर साहब जंगां लड़ियां और कैसी बख्शिशां भरियां ने महाराज ने। जे कदी जालम प्रसादी हाथी लैके आउंदा है, हाथी जे कदी जालम आउंदा है ते वो सोचदा है भी मैं किला तोड़ना है, आ लोहगढ़ किले दा बूहा तोड़ना है। एक बेचारा जानवर हाथी उन्होंने शराब पिया के मत्थे ते लोहे दे तवे आदक बन के लेके आउंदा है भी वो शराब विच मस्त होया हाथी किले विच जाके टक्कर मारेगा ते बूहे टुटणगे, सानू सौखा हो जाएगा। दसम पातशाह किन्नी बख्शिश बरताउंदे आ। एक सिख अंदर जुरत पैदा कर दे भाई बचित्र सिंह अंदर थापड़ा दिंदे आ, गुरु क्या सिखा तू अज मुकाबला करने हाथी दा। उन्हें क्या महाराज 7 बचन नागनी लई, महाराज दा बचन मन के किरपा करियो। ते अगों जदों हाथी मस्त होया हुंदा है, भाई बचित्र सिंह घोड़े ते सवार होके गुरु की टेक लैके इन्नी जोर दी नागनी मारदा है, मत्थे ते बन्ने हुए तवे पाड़ के हाथी दे सिर विच धसदी आ। ओही हाथी चंगियाड़ा मारदा ते पिछे उन्हां दी फौज नूं ही लताड़दा है। मैं बेनती केवल इन्नी कह रहा है, एडे एडे बहादुर सूरमे महाराज सच्चे पातशाह ने किरपा करके बख्शिशां बरताइयां। 14 जंगां गुरु कलगीधर पातशाह महाराज ने लड़ियां ते 14 दियां 14 जंगां नूं जित प्राप्त की। पर सब थाई होए सहाय है। जे कोई भावना नाल अरदास करदा है ते यकीन जानो इतिहास में जिक्र भी गुरु दोखी नूं, निंदक नूं, पाप बिरती दे मालक नूं, चढ़ाई करके आउण वाले नूं भी बख्श दिंदा है। इतिहास में एक गाथा है भी एक दिन औरंगजेब बड़ा कलपिया। औरंगजेब तक ये खबर पहुँचती सी कि पहाड़ियां ते मुगलों फौजां ने रल के सिखां दा टाकरा कीता। हर जंग विच हार दा मूँह वेखना पैंदा है, जानी माली नुकसान हुंदा है। कहंदे ने एक बारी औरंगजेब इन्ना कलप गया, उन्हें अपने दरबार विच म्यान विचों तलवार बाहर कढ के रख के ते ये शब्द आखदा, कहन लग्या तुहाडे विचों कोई जरनैल है? अपने सारे जरनैलां नूं बुला के जिहड़ा ये काम करें कि गुरु गोबिंद सिंह साहब सच्चे पातशाह नूं जिउंदा जां मुरदा उहदे बोलने पकड़ के लै आवे। कहंदे ने एक जरनैल वो सामने आया, उहदा नाम सी जरनैल दा सैद खां। सैद खां आउंदा है ते उहने सामने आके सिर तो पग ला के प्रण करके ते तलवार चुक के किया। पग ला के ये प्रण करते सन, कई बारी लोगों का ये रहा। उन्हें क्या मैं उन्ना समा सिर ते पग नहीं धरांगा जिन्ना समा गुरु कलगीधर पातशाह नूं पहली गल जिउंदा नहीं उन्हां दा शरीर लैके आवांगा। औरंगजेब खुश हो गया भी एडी बहादरी नाल भरे दरबार विच सारे सूरमियां दे सामने गल कही, मेरी इच्छा नूं ये पूरी करेगा। उन्हें बेअंत फौज दिती, जो भी असला बारूद शास्त्र दिते, जो भी कुछ उन्हें मंगिया सब कुछ दे के ते आनंदपुर साहब वाले पासे नूं घल दिता। ये जिहड़ा सैद खां सी, इहदी भैण विआही सी संढौरे। वो संढौरे इहदी भैण दा नाम सी नसीना, जिहड़ी पीर बुद्धू शाह नूं विआही सी। पीर बुद्धू शाह वो श्रद्धालु पुरख है जिहड़ा गुरु कलगीधर जी के चरणों में जुड़िया होया। और यही पीर बुद्धू शाह है जिहड़ा 4 अपने पुत ते 700 मुरीद लैके पहले भंगाणी के युद्ध विच सतगुरु के चरणों में गया सी। 2 पुत शहीद हुए सन। ते इहदे मन में आया सैद खां दे कि मैं जाके ते अपनी भैन नूं एक बारी ये गल कह के जावां कि विचकार ना आ जाए ये पीर बुद्धू शाह, ते मैं रिश्ते का लिहाज नहीं करना। वो आया, बूहा खड़काया, नसीरां बाणी पढ़दी सी। ने क्या काफरां दी बाणी पढ़दी है, तेनों दसन आया ये गल चेता रखी। अज मैं गुरु कलगीधर जी नूं पकड़न चलिया
ਇਹ ਨਾ ਹੋਵੇ कि गुरु कलगीधर महाराज नाल मैं दो हथ करा ते विचकार पीर बुद्धू शाह आ जाए, मेरा रिश्ते का लिहाज कोई नहीं करना। इतिहास कहते इहो जी बोल बोल के क्रोधत भरे लफ्ज बोल के ते चलिया गया। कहते पिछों नसीरा ने अरदास की कि हे गुरु कलगीधर महाराज कृपा करियो, ये पापियां दी संगत करके माड़े राह तुर पिया, रहमत करियो, इनू मारियो ना, इनू तार दिओ। शब्द वरते महाराज तुसी मार सकते हो, तार सकते हो, कृपा करियो माड़ी संगत करके एक माँ की कुख तो जाए हाँ, अज इहदा भला कर दिओ। मैं बेनती कह रहा, अरदास विच पढ़दे दसम पातशाह गुरु गोबिंद सिंह साहब जी सब थाई होए सहाय। नसीरा ने अरदास की, गुरु कलगीधर जी के हिरदे तक प्रवान हुई। तो जदों ये सैयद खान जाके आनंदपुर साहब धन गुरु गोबिंद सिंह साहब सच्चे पातशाह नूं अपने भाणे उच्ची आवाज़ विच ललकारदा है। इतिहास कहते भी दसम पातशाह सामने आए, इक्को बार महाराज ने मेहर की निगाह नाल नज़र भर के इहदे वल वेखिया, इन्नी मेहर की दृष्टि नाल तकिया कि सैयद खां अपने हथियार सुट के जिहड़ा क्रोधत भरे बोल बोल रहा सी, गुरु गोबिंद सिंह साहब सच्चे पातशाह जी के चरणों ते टह पिया। इन्हें क्या महाराज मेरे तो भुल हो गई, मैं कुराए पै गया सा, पापियां दे राह तुर पिया सा संगत करके, ते इन्हें क्या मैनू बख्श दिओ। गुरु गोबिंद सिंह साहब सच्चे पातशाह महाराज ने इनू बख्श के ते इनू नाम की दात नाल जोड़िया। उंज महाराज दे बचन भी ने, महाराज कहते सूरमा भावें कोई किड्डा भी होवे, जे हिरदे विच परमात्मा का नाम नहीं ते बाहरी तौर ते जंग दे मैदान विच जूझना एक किसी कोई थां नहीं रखता। बाणी ते एक बचन आप जी पढ़दे हो, वीर अपार बड़े बरियार अवचारे सार की तार पछैया, तोरत देश मिलिंद मवासन माते गजान के माल मलैया, गाड़े गडान के तोड़नहार सुबातन ही चक चार लवैया। सतगुरु कहन लगे इन्ना वड्डा भी कोई सूरमा, ये सारे अर्थ करो वीर अपार बड़े बरियार, बड़े बड़े वीर सूरमे कहाउण वाले, अवचारे सार की धार पछैया, लोहे दे वार सहन वाले। ते अगे कहणगे जिन्हां बंदियां ने वीर अपार बड़े बरियार विचारे सार की धार पछैया, तोरत देश मलिंद मवासन, जिन्हां ने बड़े बड़े देशों नूं तोड़िया, दुश्मनों नूं पैरां थले मल के रख दिता। तोरत देश मलिंद मवासन माते गजान के माल मलैया, जिन्हां कोल मस्त हाथी सन। ते अगे क्या गाड़े गडान के तोड़नहार, सो बातन ही चक चार लवैया। कह लगे जिन्हां ने वड्डे वड्डे गढ़ किले तोड़ दिते, पर बंदगी तो भगती तो बिना ये भी किसी काम दे नहीं। सतगुरु महाराज ने इत्थे ये सैयद खां ते किरपा बरताई, इनू धर्म दे राह तोरिया, नाम दे राह। बड़ा समा ये फिर कांगड़े की धरती ते रह के बंदगी करता रहा। गुरु कलगीधर सच्चे पातशाह महाराज फिर आप जी नूं पता है कि आनंदपुर साहब पापी फिर घेरा पाउंदे आ। जदों उन्हां नूं पता लगदा भी असी जंग करके गुरु कलगीधर जी तो जित प्राप्त नहीं कर सकते, घेरा पा के कोशिश करो। 7 महीनों का घेरा पाया, गल उथे भी ना मनी, ते परत के गुरु कलगीधर महाराज नूं उन्हां झूठियां कसमां खादियां। महाराज ने धर्म के चिन्हां ते भरोसा करदियां आनंदपुर साहब छड्डिया, सरसा कंढा आया तो फिर उत्थे जंग हुंदी है। पर अल्लाह यार खां जोगी कहंदा, वो कहंदा जिहड़ी चुभी हुई सुरत प्रभ चरणन में ना, उहदा जीवन पढ़ो। भावें सरसा दा कंढा आ गया, काली बोली रात, अत दी सर्दी, पिछे जालम चढ़ के आ रहा, पर अमृत वेले हजूर ने बचन कहे सन। कहन लगे सिखो अमृत वेला हो गया है, सब तो पहला कर्म ये करो कि आसा की बार दी पाठ गुरबाणी दा कीर्तन करो। सिखा क्या महाराज, दुश्मन सिर ते चढ़ के आ गया। महाराज कहन लगे तुहानूं पता नहीं
कि जिन्नी भी इस जुल्म करन वालियां नाल अड़ खलोण दी लड़न दी ताकत समर्था मिलती है वो परमात्मा की भगती ते नाम विचों है। महाराज कहन लगे कोई गल नहीं, पिछे कुछ सिख इन्हां नूं रोक के रखणगे, तुसीं घोड़ियां दीयां काठियां ते बैठ के ही गुरबाणी दा पाठ करो। अल्लाह यारखां दे बोल भी ने, था सिर पे वक्त आशा की बार का, कलगीधर की मनसा की धार का। गुरु कलगीधर महाराज ने उत्थे सिखा ने चुभी हुई सुरत प्रभ चरणन में, इहो जे बिखड़े पेंडे विच भी गुरबाणी दा जप कीता सिखा ने। फिर आप जी नूं पता है परिवार विछोड़ा पैंदा, सरसा दे नदी पार करके ते 40 चमकौर दी गढ़ी विच जूझदे आ ते छोटे साहिबजादे माता गुजर कौर जी इधर दी गंगू पापी वर्गे जदों मरिंडे थाने सुनेहा लाउंदे आ। मैं संखेप कह रहा ते आखिर सरहंद दीयां नीआं विच चिनके शहीद कीते जांदे आ। पर गुरु कलगीधर महाराज जिस वेले आ रायकोट आए महाराज उथों ते इत्थे महाराज ने नूरे माही नूं घल्लिया सी सुनेहा साहिबजादियां दा पुछण दे लई। उहदी भैण विआही हुई सी असल च नूरे माही दी। वो जदों गया वापस परतिया, मूँह लपेटिया, नेत्रां विचों नीर, कुछ बोलदा नहीं। हजूर नूं उहने बड़े बैराग विच आके दसिया ते सिखां क्या सतगुरु बड़ा कहर वरतिया। 10वें पातशाह ने बचन कह के विद्वान लिखदा है, कहन लगे ढैंदे देश का जदों कोई सहारा नहीं सी, पिता इस देश तो बारिया मैं, माता गुजर कौर ठंडे बुरज विच गुजरी समा जिमें गुजरिया गुजारिया मैं। ते अगे शब्द वरते 4 पुत दिते सन उस मालक ने, वो भी जोड़ा जोड़ा करके बारिया मैं। मत कहो शहनशाह सिंघो मैनू किस्तां नाल ते कर्ज उतारिया मैं। जिहड़े बचन अल्लाह यारखां जोगी ने चमकौर दी गढ़ी दे कहे ने ना कि कलगीधर सच्चे पातशाह महाराज एक दिन जिस दिन चमकौर दी गढ़ी विच पहुंचे ने ते उस दिन सच्ची सरकार एक बचन कहंदे ने, सिख कुछ घड़ियां आराम करदे आ। महाराज ने सिखां नूं कहा सी तुसीं कुछ घड़ियां आराम करो, मैं अज पहरा दांगा। अल्लाह यारखां जोगी ने उत्थे शब्द वरते सन, कहन लगे महाराज 1.5 घड़ी जब रात गई जिक्र खुदा में, कदमों से टहलते थे दिल था दुआ में। कहन लगे खुदा से कहते थे गुआ रूबरू होकर, थे 4 हैं अब 2 ही, शहर जे भी ना होंगे हम शुक्र करेंगे अगर जे भी ना होंगे। कहन लगे उथे भी ये अरदास करके कहते सन कि ऐ खुदा परमात्मा तू 4 पुत्र दिते ने, अज 2 कोल रह गए, 2 सरसा दे कंडे विछड़ गए, कल ये भी नहीं रहणगे, पर मैं तेनू उलांभा नहीं दांगा, मैं तेरा शुक्र करांगा। मैं बेनती करा इत्थे फिर 10वें पातशाह महाराज इत्थों जदों आए बेअंत थावां ते मालवे विच किरपा वरताउंदियां अखीर मुक्तसर साहिब दी जंग, फिर दमदमा साहिब दी धरती ते आए। जिस शब्द नूं आपां कल विचारना कि गुरु ग्रंथ साहिब जी दा पाठ दिदान, उत्थे फिर महाराज ने किरपा कीती। गुरबाणी सतगुरु सच्चे पातशाह ने दोबारा भाई मनी सिंह नूं लखारी ला के पावन स्वरूप लिखवाए। आखिर इत्थे वड्डियां बख्शिशां अर्थां समेत गुरबाणी पढ़ा के सिखां ते बख्शिशां वरता के ते इत्थों महाराज चल के फिर नदेड़ की धरती ते पहुँचते आ। नदेड़ बाबा बंदा सिंह बहादुर माधो दास बैरागी नूं बंदा सिंह बहादुर बना के इत्थों फिर महाराज सच्चे पातशाह किरपा करदे आ। गुरु कलगीधर महाराज खुद गुरु ग्रंथ साहिब सच्चे पातशाह महाराज नूं गुरता गद्दी बख्श के ते प्रभुर प्याना करदे आ। मैं बेनती जिहड़ी अरदास की लड़ी बरकत है जिथे ये कहा भी तेग बहादुर सिमरे है, घर 9 निध आवे धाए, सब थाई होए सहाए। उत्थे अरदास विच आपां पढ़दे हां कि 10वां पातशाह आपां कह दिंदे 10वें, उंज लिखिया 10वां पातशाह गुरु गोबिंद सिंह साहिब जी सब थाई होए सहाय। कि जदों कोई 10वें पातशाह नूं भावना नाल चेता करदा है
ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਰ ਥਾਂ ਤੇ ਸਿੱਖ ਦੇ ਨਾਲ ਹਾਜ਼ਰ ਹੁੰਦੇ ਆ, ਸਿੱਖ ਦੀ ਪੱਤ ਢੱਕਦੇ ਆ। ਤੇ ਵੇਖੋ ਮੈਂ ਕਹਿ ਕੇ ਫਤਿਹ ਬੁਲਾਉਣਾ, ਉਹ ਸਤਲੁਜ ਦਾ ਕੰਢਾ ਹੈ ਤੇ ਇੱਕ ਮੁਸਲਮਾਨ ਵੀਰ ਜਿਹਨੂੰ ਸੈਦਾ ਮਲਾਹ ਕਹਿੰਦੇ ਨੇ ਇਤਿਹਾਸ ਵਿੱਚ, ਉਹ ਗਰੀਬੜਾ ਜਿਹਾ ਬੰਦਾ ਬੇੜੀ ਚਲਾਉਂਦਾ, ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਲੋਕਾਂ ਨੂੰ ਪਹੁੰਚਾਉਂਦਾ, ਕਿਰਤਕਾਰ ਕਰਦਾ, ਬੱਚੇ ਪਾਲਦਾ। ਉਹਨੇ ਕਈ ਵਾਰ ਅਰਦਾਸ ਕਰਨੀ, ਹੈ ਗੁਰੂ ਕਲਗੀਧਰ ਮਹਾਰਾਜ ਕਿਰਪਾ ਕਰ ਕਦੀ ਗਰੀਬ ਦੀ ਬੇੜੀ ਵਿੱਚ ਚਰਨ ਪਾਏ ਤੇ ਮੈਂ ਤੇਰੀ ਸੇਵਾ ਕਰਾਂ। ਕਹਿੰਦੇ ਨੇ ਇਤਿਹਾਸ ਵਿੱਚ ਕਿ ਇੱਕ ਦਿਨ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਆਪਾਂ ਸਤਲੁਜ ਦੇ ਕੰਢੇ ਜਾਣਾ। ਸਾਰੀਆਂ ਬੇੜੀਆਂ ਵਾਲਿਆਂ ਨੂੰ ਖਬਰ ਪਹੁੰਚ ਗਈ ਅੱਜ ਮਹਾਰਾਜ 10ਵੇਂ ਪਾਤਸ਼ਾਹ ਆ ਰਹੇ ਨੇ। ਉਹਨਾਂ ਬੇੜੀਆਂ ਸ਼ਿੰਗਾਰ ਲੀਆਂ। ਇੱਕ ਵਿਦਵਾਨ ਨੇ ਬੜੀ ਭਾਵਪੂਰਤਾ ਨਾਲ ਲਿਖਿਆ, ਕਹਿਣ ਲੱਗੇ ਮਹਾਰਾਜ ਆਏ ਤੇ ਹਰ ਬੇੜੀ ਵਾਲੇ ਕੋਲ ਆ ਕੇ ਕਹਿੰਦੇ ਇਹ ਬੇੜੀ ਕਿਹਦੀ? ਉਹਨੇ ਅੱਗੋਂ ਸ਼ਬਦ ਵਰਤਨੇ, ਇਹ ਬੇੜੀ ਮੇਰੀ ਸਤਿਗੁਰੂ। ਦੂਜੇ ਕੋਲ ਪੁੱਛਿਆ, ਤੀਜੇ ਕੋਲ ਪੁੱਛਿਆ, ਉਹਨਾਂ ਆਖਣਾ ਬੇੜੀ ਮੇਰੀ। ਤੇ ਅਖੀਰ ਤੇ ਜਾ ਕੇ ਸੈਦਾ ਮਲਾ ਸਾਧ ਮੁਰਾਦੀ ਜੀ ਉਹਦੀ ਬੇੜੀ ਉੱਥੇ ਜਾ ਕੇ ਕਿਹਾ, ਕਹਿਣ ਲੱਗੇ ਬੇੜੀ ਕਿਹਦੀ? ਉਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੇਰਾ ਕੁਝ ਨਹੀਂ, ਇਹ ਬੇੜੀ ਤੁਹਾਡੀ ਹੈ। ਮਹਾਰਾਜ ਨੇ ਮੁਬਾਰਕ ਚਰਨ ਪਾਏ। ਕਹਿਣ ਲੱਗੇ ਸੈਦਿਆ ਅਸੀਂ ਦੂਸਰੇ ਕਿਨਾਰੇ ਜਾਣਾ। ਕਹਿਣ ਲੱਗੇ ਉਸ ਮਲਾਹ ਨੇ ਚਰਨਾਂ ਤੇ ਨਮਸਕਾਰ ਕੀਤੀ, ਚੱਪੂ ਮਾਰਦਾ। ਭਾਵਨਾ ਵਾਲੇ ਤੇ ਲਿਖਦੇ ਨੇ ਉਲਟੀਆਂ ਬਾਹਾਂ ਕਰਕੇ ਨੇਤਰਾਂ ਨਾਲ ਦੀਦਾਰ ਕਰਦਾ, ਚੱਪੂ ਮਾਰਦਾ, ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਲੈ ਗਿਆ। ਮਹਾਰਾਜ ਨੇ ਖੀਸੇ ਵਿੱਚ ਹੱਥ ਪਾਇਆ, ਕੁਛ ਮਾਇਆ ਕੱਢੀ ਗੁਰੂ ਕਲਗੀਧਰ ਮਹਾਰਾਜ ਨੇ, ਤੇ ਸੈਦੇ ਮਲਾਹ ਨੂੰ ਕਹਿਣ ਲੱਗੇ ਆਹ ਤੇਰੀ ਮਿਹਨਤ ਹੈ, ਤੂੰ ਸਾਨੂੰ ਇੱਕ ਕਿਨਾਰਿਓਂ ਦੂਜੇ ਕਿਨਾਰੇ ਪਹੁੰਚਾਇਆ। ਉਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਵੀ ਮਲਾਹ ਵਾਂ, ਤੁਸੀਂ ਵੀ ਮਲਾਹ ਹੋ, ਫਰਕ ਇੰਨਾ ਮੈਂ ਕੇਵਲ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਪਾਣੀ ਦੇ ਪ੍ਰਵਾਹ ਤੋਂ ਪਾਰ ਲਾਉਣਾ, ਤੁਸੀਂ ਡੁੱਬਦੀਆਂ ਜ਼ਿੰਦਗੀਆਂ ਨੂੰ ਪਾਰ ਲਾਉਂਦੇ ਹੋ। ਮੈਨੂੰ ਮਾਇਆ ਨਹੀਂ ਚਾਹੀਦੀ, ਇਹ ਮਾਇਆ ਰੱਖੋ, ਇੱਕ ਕਿਰਪਾ ਕਰਿਓ ਆ ਤਨ ਰੂਪੀ ਚੋਲਾ ਤਿਆਗ ਕੇ ਜਿੰਦ ਤੁਹਾਡੇ ਚਰਨਾਂ ਵਿੱਚ ਆਏਗੀ। ਇਸ ਡੁੱਬਦੀ ਹੋਈ ਜਿੰਦ ਨੂੰ ਮੋਢਾ ਲਾ ਕੇ ਆਪਣੀ ਬਖਸ਼ਿਸ਼ ਵਰਤਾ ਕੇ ਇਹਨੇ ਚੰਗੇ ਕਰਮ ਨਹੀਂ ਕੀਤੇ ਦਾ ਪਾਰ ਉਤਾਰਾ ਕਰ ਦਿਓ। ਮਹਾਰਾਜ ਸੱਚੇ ਪਾਤਸ਼ਾਹ ਨੇ ਸੈਦੇ ਮਲਾਹ ਤੇ ਕਿਰਪਾ ਵਰਤਾਈ। ਉੱਥੇ ਇੱਕ ਵਿਦਵਾਨ ਹੋਇਆ ਹਰਿਆਣੇ ਦਾ, ਉਹ ਸ਼ਬਦ ਲਿਖਦਾ ਥਾਰੀ ਅਰ ਮਾਰੀ ਕੋਈ ਜਾਤ ਨਾ ਨਿਆਰੀ ਨਾਥਾ, ਖੇਵਟੀ ਕੈ ਕਰਮ ਹੋਏ ਨੀਕੇ ਕੈ ਵਿਚਾਰੀ ਹੈ। ਥਾਰੀ ਅਰ ਮਾਰੀ ਤੇਰੀ ਔਰ ਮੇਰੀ, ਤੇਰਾ ਮੇਰਾ ਕਰਮ ਵੱਖਰਾ ਕੋਈ ਨਹੀਂ, ਤੁਸੀਂ ਮਲਾਹ ਮੈਂ ਮਲਾਹ। ਥਾਰੀ ਅਰ ਮਾਰੀ ਕੋਈ ਜਾਤ ਨਾ ਨਿਆਰੀ ਨਾਥਾ, ਖੇਵਟੀ ਕੈ ਕਰਮ ਹੋਏ ਨੀਕੇ ਕੈ ਵਿਚਾਰੀ ਹੈ। ਮਾਰੇ ਘਾਟ ਆऊं ਤੋਏ ਪਾਰਚਾ ਉਤਾਰਾ ਨਾਥਾ, ਥਾਰੇ ਘਾਟ ਆऊं ਮੋਹਿ ਪਾਰਚਾ ਉਤਾਰੀ। ਤੁਸੀਂ ਮੇਰੇ ਕੋਲ ਆਏ ਸਤਿਗੁਰੂ, ਮੈਂ ਤੁਹਾਡੀ ਸੇਵਾ ਕੀਤੀ, ਇਹ ਨਿਮਾਣੇ ਨੇ ਤੁਹਾਡੇ ਦਰ ਤੇ ਆਉਣਾ, ਇਹਦੇ ਤੇ ਕਿਰਪਾ ਵਰਤਾ ਦਿਓ। ਮਹਾਰਾਜ ਨੇ ਸੈਦੇ ਮਲਾਹ ਨੂੰ ਕਿਹਾ ਸੀ ਜਿੱਥੇ ਤੂੰ ਬੇੜੀ ਚਲਾਉਣਾ ਕਿਰਤ ਕਰਦੇ ਤੇਰੀ ਸੁਰਤ ਵਿੱਚੋਂ ਕਦੀ ਕਰਤਾਰ ਨਹੀਂ ਭੁੱਲੇਗਾ, ਤੈਨੂੰ ਨਾਮ ਚੇਤਾ ਰਹੇਗਾ, ਨਾਮ ਦੀ ਬਦੌਲਤ ਹੀ ਭਲਾ ਹੈ।